ਅਜੋਕਾ ਯੁੱਗ ਅੰਤਰਰਾਸ਼ਟਰਵਾਦ ਦਾ ਯੁੱਗ ਹੈ, ਜਿੱਥੇ ਕੋਈ ਵੀ ਰਾਜ ਆਤਮ ਨਿਰਭਰ ਨਹੀਂ ਹੈ। ਆਪਣੀ ਇਕੋਨਮੀ ਨੂੰ, ਆਪਣੇ ਵਪਾਰ ਨੂੰ ਹੋਰ ਮਜ਼ਬੂਤ ਕਰਨ ਲਈ ਰਾਜ ਆਪਣੇ ਆਲੇ ਦੁਆਲੇ ਦੇ ਨਜ਼ਦੀਕੀ ਰਾਜਾਂ ਨਾਲ ਸਮਝੌਤੇ ਕਰਦੇ ਹਨ ਤਾਂ ਕਿ ਵਪਾਰ ਦੇ ਵਿੱਚ, ਇੰਟਰਨਲ ਵਪਾਰ ਦੇ ਵਿੱਚ ਵਾਧਾ ਕੀਤਾ ਜਾ ਸਕੇ। ਵਿਸ਼ਵ ਦੇ ਸਾਰੇ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੇ ਸਮਝੌਤੇ ਹੋ ਰਹੇ ਹਨ। ਲਾਤੀਨੀ ਅਮਰੀਕਾ ਦੇ ਵਿੱਚ, ਉੱਤਰੀ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਅਰਬ ਕੰਟਰੀਜ਼ ਦੇ ਵਿੱਚ, ਅਫਰੀਕਾ ਦੇ ਵਿੱਚ, ਇਸੇ ਤਰ੍ਹਾਂ ਏਸ਼ੀਆ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਮਝੌਤੇ ਹੋਏ ਹਨ। ਏਸ਼ੀਆ ਦਾ ਜਿਹੜਾ ਦੱਖਣ ਏਸ਼ੀਆ ਦਾ ਇੱਕ ਖੇਤਰੀ ਸਹਿਯੋਗ ਸੰਗਠਨ ਹੈ ਸਾਰਕ, ਉਹ ਆਪਣੇ ਹਮਰੁਤਬਾ ਹੋਰ ਸੰਗਠਨਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ, ਬਹੁਤ ਪਿੱਛੇ ਹੈ। ਸਾਰਕ ਆਪਣੇ ਉਦੇਸ਼ਾਂ ਵਿੱਚ ਉਨਾ ਕਾਮਯਾਬ ਨਹੀਂ ਹੋਇਆ ਜਿੰਨਾ ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ ਹੋਈ ਹੈ ਜਾਂ ਜਿੰਨਾ ਉੱਤਰੀ ਅਮਰੀਕਾ ਦੇ ਵਿੱਚ ਨਾਫਟਾ ਐਗਰੀਮੈਂਟ ਹੋਇਆ ਹੈ। ਇਸ ਕੁਐਸਚਨ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਸਾਰਕ ਦੇ ਪਿੱਛੇ ਰਹਿਣ ਦੇ ਕੀ ਕਾਰਨ ਹਨ, ਸਾਰਕ ਦੇ ਅੱਗੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਹਨ ਜਿਹੜੀਆਂ ਇਸ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਹਨ। ਸਾਰਕ ਖਿੱਤੇ ਦੀ ਪਹਿਲੀ ਸਮੱਸਿਆ ਹੈ ਸੁਰੱਖਿਆ ਦੀ ਸਮੱਸਿਆ, ਕਿਉਂਕਿ ਸੁਰੱਖਿਆ ਦੇ ਕੁਐਸਚਨ ਤੇ ਹਮੇਸ਼ਾ ਆਪਸੀ ਤਣਾਅ ਬਣਿਆ ਰਹਿੰਦਾ ਹੈ ਸਾਰਕ ਦੇ ਮੈਂਬਰ ਰਾਜਾਂ ਦੇ ਵਿੱਚ। ਸਾਰਕ ਦੇ ਜਿਹੜੇ ਦੋ ਸਭ ਤੋਂ ਵੱਡੇ ਰਾਜ ਹਨ, ਭਾਰਤ ਅਤੇ ਪਾਕਿਸਤਾਨ, ਉਹ ਆਪਸ ਦੇ ਵਿੱਚ ਕਈ ਯੁੱਧ ਲੜ ਚੁੱਕੇ ਹਨ। ਦੋਹਾਂ ਕੋਲ ਐਟੋਮਿਕ ਵੈਪਨਸ ਹਨ। ਭਾਰਤ ਦੁਆਰਾ ਆਪਣੀ ਸੁਰੱਖਿਆ ਲਈ ਚੁੱਕਿਆ ਗਿਆ ਕੋਈ ਵੀ ਕਦਮ ਗੁਆਂਢੀ ਰਾਜਾਂ ਦੇ ਵਿੱਚ ਸ਼ੱਕ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਪਾਕਿਸਤਾਨ ਆਪਣੀ ਸੁਰੱਖਿਆ ਲਈ ਸਾਰਕ ਮੈਂਬਰਾਂ ਦੀ ਬਜਾਏ ਜਿਹੜੇ ਬਾਹਰਲੀਆਂ ਸ਼ਕਤੀਆਂ ਨੇ ਉਹਨਾਂ ਤੇ ਜ਼ਿਆਦਾ ਭਰੋਸਾ ਕਰਦਾ ਹੈ, ਚੀਨ ਵਰਗੀਆਂ ਸ਼ਕਤੀਆਂ, USA ਵਰਗੀਆਂ ਸ਼ਕਤੀਆਂ। ਇਸ ਲਈ ਸੁਰੱਖਿਆ ਸੰਬੰਧੀ ਸਾਰਕ ਦੇ ਮੈਂਬਰ ਰਾਜਾਂ ਦੇ ਵਿੱਚ ਕੋਈ ਵੀ ਇਕਸੁਰਤਾ ਨਹੀਂ ਹੈ। ਦੂਸਰਾ ਮੁੱਖ ਕਾਰਨ ਹੈ ਭਾਰਤ ਦੀ ਪ੍ਰਮੁੱਖਤਾ ਵਾਲੀ ਸਥਿਤੀ। ਇਸ ਖਿੱਤੇ ਦੇ ਵਿੱਚ ਭਾਰਤ ਦੀ ਸਥਿਤੀ ਪ੍ਰਮੁੱਖਤਾ ਵਾਲੀ ਹੈ। ਭਾਰਤ ਹੀ ਇਕੱਲਾ ਇਸ ਤਰ੍ਹਾਂ ਦਾ ਰਾਜ ਹੈ ਜਿਸ ਦੀ ਸਰਹੱਦ ਬਾਕੀ ਲਗਭਗ ਸਾਰੇ ਮੈਂਬਰ ਰਾਜਾਂ ਨਾਲ ਲੱਗਦੀ ਹੈ। ਇਸ ਲਈ ਕਿਸੇ ਵੀ ਮੈਂਬਰ ਰਾਜ ਨੇ ਕਿਸੇ ਦੂਸਰੇ ਮੈਂਬਰ ਰਾਜ ਨਾਲ ਜੇ ਵਪਾਰ ਕਰਨਾ ਹੈ ਤਾਂ ਉਹ ਭਾਰਤ ਦੇ ਰਸਤੇ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ, ਜੇਕਰ ਜ਼ਮੀਨੀ ਰਸਤੇ ਰਾਹੀਂ ਵਪਾਰ ਕਰਨਾ ਹੈ। ਭਾਰਤ ਦਾ ਜਿਹੜਾ ਰਵਾਇਤੀ ਵਿਰੋਧੀ ਹੈ ਪਾਕਿਸਤਾਨ, ਉਸ ਨੂੰ ਇਹ ਗੱਲ ਬਿਲਕੁਲ ਵੀ ਸਹਿਣਯੋਗ ਨਹੀਂ ਹੈ। ਸਾਰਕ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਭਾਰਤ ਦੁਚਿੱਤੀ ਵਿੱਚ ਰਹਿੰਦਾ ਹੈ। ਜੇਕਰ ਭਾਰਤ ਸਾਰਕ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਆਗੂ ਹੋ ਕੇ ਕੰਮ ਕਰਦਾ ਹੈ ਤਾਂ ਇਸ ਨੂੰ ਛੋਟੇ ਰਾਜ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ, ਅਤੇ ਜੇਕਰ ਭਾਰਤ ਪਹਿਲ ਕਦਮੀ ਨਹੀਂ ਕਰਦਾ ਤਾਂ ਭਾਰਤ ਦਾ ਰਵੱਈਆ ਉਦਾਸੀਨਤਾ ਵਾਲਾ ਮੰਨਿਆ ਜਾਂਦਾ ਹੈ। ਇਸ ਦੇ ਦੋ ਜਿਹੜੇ ਮੈਂਬਰ ਰਾਜ ਹਨ ਮਹੱਤਵਪੂਰਨ, ਭਾਰਤ ਤੇ ਪਾਕਿਸਤਾਨ, ਉਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਕੱਟੜ ਵਿਰੋਧੀ ਹਨ, ਰਵਾਇਤੀ ਵਿਰੋਧੀ ਰਹੇ ਹਨ। ਦੋਵੇਂ ਰਾਜ ਆਪਸ ਦੇ ਵਿੱਚ ਕਈ ਯੁੱਧ ਲੜ ਚੁੱਕੇ ਨੇ, ਇੱਕ ਦੂਸਰੇ ਤੇ ਆਪੋ ਆਪਣੇ ਇਲਾਕੇ ਦੇ ਵਿੱਚ ਅੱਤਵਾਦ ਫੈਲਾਉਣ ਦਾ ਦੋਸ਼ ਲਗਾਉਂਦੇ ਰਹਿੰਦੇ ਹਨ, ਇੱਕ ਦੂਸਰੇ ਤੇ ਆਪਣੇ ਖੇਤਰ ਮੱਲੇ ਹੋਣ ਦਾ ਦੋਸ਼ ਲਗਾਉਂਦੇ ਰਹਿੰਦੇ ਹਨ। ਦੋਹਾਂ ਦੇਸ਼ਾਂ ਦੀ ਜਿਹੜੀ ਆਪਸੀ ਦੁਸ਼ਮਣੀ ਹੈ ਇੰਡੀਆ ਪਾਕਿਸਤਾਨ ਦੀ, ਉਹ ਸਾਰਕ ਦੇ ਪ੍ਰੋਗਰੈਸ ਦੇ ਰਸਤੇ ਦੇ ਵਿੱਚ ਇੱਕ ਵੱਡੀ ਰੁਕਾਵਟ ਹੈ। ਚੌਥਾ ਕਾਰਨ ਹੈ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਹੈ, ਕਿਉਂਕਿ ਆਰਥਿਕ ਏਕਤਾ ਦੇ ਨਾਲ ਸ਼ੁਰੂਆਤ ਹੋਈ ਹੈ ਸਾਰਕ ਦੀ, ਵਪਾਰ ਖੋਲ੍ਹਣ ਦੇ ਨਾਲ ਸ਼ੁਰੂਆਤ ਹੋਈ ਹੈ, ਪਰੰਤੂ ਇਕੱਲੀ ਆਰਥਿਕ ਏਕਤਾ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਜਿੰਨਾ ਚਿਰ ਰਾਜਨੀਤਿਕ ਇੱਛਾ ਸ਼ਕਤੀ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ। ਪਰੰਤੂ ਇਹਨਾਂ ਰਾਜਾਂ ਦੀ ਜਿਹੜੇ ਮੈਂਬਰ ਰਾਜ ਹਨ, ਇਹਨਾਂ ਦੀ ਰਾਜਨੀਤਿਕ ਸੁਰ ਕਦੇ ਵੀ ਇੱਕ ਦੂਜੇ ਨਾਲ ਨਹੀਂ ਮਿਲਦੀ। ਇਸ ਲਈ ਇਸ ਸੰਗਠਨ ਦੇ ਕਾਮਯਾਬ ਹੋਣ ਦੇ ਬਹੁਤੇ ਚਾਂਸਸ ਉਹਨਾਂ ਚਿਰ ਸਾਨੂੰ ਵਿਖਾਈ ਨਹੀਂ ਦਿੰਦੇ ਜਿੰਨਾ ਚਿਰ ਇਹਨਾਂ ਮੈਂਬਰ ਰਾਜਾਂ ਦੀ ਰਾਜਨੀਤਿਕ ਸੁਰ ਆਪਸ ਦੇ ਵਿੱਚ ਇੱਕ ਦੂਜੇ ਨਾਲ ਨਹੀਂ ਮਿਲਦੀ। ਭਾਰਤ ਤੇ ਪਾਕਿਸਤਾਨ ਤਾਂ ਇੱਕ ਦੂਸਰੇ ਦੇ ਕਿਸੇ ਚੰਗੇ ਕੰਮ ਦੀ ਵੀ ਵਡਿਆਈ ਨਹੀਂ ਕਰ ਸਕਦੇ। ਜੇ ਪਾਕਿਸਤਾਨ ਦੇ ਵਿੱਚ ਭਾਰਤ ਦੇ ਕਿਸੇ ਚੰਗੇ ਕੰਮ ਦੀ ਵਡਿਆਈ ਕੀਤੀ ਜਾਂਦੀ ਹੈ ਜਾਂ ਭਾਰਤ ਦੇ ਵਿੱਚ ਪਾਕਿਸਤਾਨ ਦੇ ਕਿਸੇ ਚੰਗੇ ਕੰਮ ਦੀ ਵਡਿਆਈ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਾਜਨੀਤਿਕ ਵਿਰੋਧੀਆਂ ਦੁਆਰਾ ਦੇਸ਼ ਧਰੋਹੀ ਦਾ ਨਾਲ ਦੀ ਨਾਲ ਸਨਮਾਨ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਇਹ ਦੋ ਰਾਜ ਨੇ, ਇਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਇੱਕ ਉਹਨਾਂ ਦੀ ਕੰਪਲਸ਼ਨ ਹੈ ਕਿ ਇੱਕ ਦੂਸਰੇ ਨੂੰ ਉਹ ਚੰਗਾ ਕਹਿ ਹੀ ਨਹੀਂ ਸਕਦੇ। ਪੰਜਵੀਂ ਰੁਕਾਵਟ ਹੈ ਸਾਰਕ ਦੀ ਪ੍ਰੋਗਰੈਸ ਦੇ ਰਸਤੇ ਵਿੱਚ ਰਾਜਾਂ ਦੀਆਂ ਆਪਸੀ ਭਿੰਨਤਾਵਾਂ। ਜਿਹੜੇ ਮੈਂਬਰ ਰਾਜ ਨੇ ਉਹਨਾਂ ਦੇ ਆਕਾਰ, ਪਾਪੂਲੇਸ਼ਨ, ਸਾਧਨ, ਸਰਕਾਰਾਂ ਦੀਆਂ ਕਿਸਮਾਂ, ਵਿਕਾਸ ਦਾ ਪੱਧਰ, ਉਹ ਆਪਸ ਦੇ ਵਿੱਚ ਮਿਲਦੇ ਜੁਲਦੇ ਨਹੀਂ ਹਨ, ਬਹੁਤ ਜ਼ਿਆਦਾ ਵੱਡੇ ਗੈਪ ਹਨ। ਇਸ ਲਈ ਪਛੜੇ ਹੋਏ ਰਾਜ ਨੇ, ਜਿਹੜੇ ਛੋਟੇ ਰਾਜ ਨੇ, ਉਹ ਡਰਦੇ ਹੋਏ ਕੋਈ ਪ੍ਰਗਤੀਸ਼ੀਲ, ਕੋਈ ਪ੍ਰੋਗਰੈਸਿਵ ਸਟੈਪ ਨਹੀਂ ਚੁੱਕਦੇ ਕਿ ਕਿਤੇ ਜਿਹੜੇ ਵੱਡੇ ਰਾਜ ਨੇ ਉਹਨਾਂ ਦੀ ਇਕੋਨਮੀ ਤੇ ਹਾਵੀ ਨਾ ਹੋ ਜਾਣ। ਇਹਨਾਂ ਦੀਆਂ ਇਕੋਨਮੀ ਦੇ ਸਾਈਜ਼ ਦੇ ਵਿੱਚ ਬਹੁਤ ਵਾਈਡਰ ਗੈਪ ਹਨ। ਭਾਰਤ ਦੀ ਇਕੋਨਮੀ ਸਾਰਿਆਂ ਤੋਂ ਵੱਡੀ ਹੈ, ਤਕਰੀਬਨ 2600 ਬਿਲੀਅਨ US$ ਦੀ ਇਕੋਨਮੀ ਹੈ। ਸਭ ਤੋਂ ਨਜ਼ਦੀਕੀ ਵਿਰੋਧੀ ਹੈ ਇਸਦਾ ਪਾਕਿਸਤਾਨ, ਜਿਸ ਦੀ ਇਕੋਨਮੀ ਕੇਵਲ 305 ਬਿਲੀਅਨ US$ ਦੀ ਹੈ। ਇਸ ਤੋਂ ਬਿਨਾਂ ਜਿਹੜੇ ਹੋਰ ਛੋਟੇ ਰਾਜ ਨੇ, ਜਿਵੇਂ ਮਾਲਦੀਵ ਦੀ ਤਕਰੀਬਨ 5 ਬਿਲੀਅਨ US$ ਤੋਂ ਵੀ ਘੱਟ, ਅਤੇ ਭੂਟਾਨ ਦੀ ਕੇਵਲ 2.5 ਬਿਲੀਅਨ US$ ਦੀ ਇਕੋਨਮੀ ਹੈ।
ਇਸ ਤਰ੍ਹਾਂ ਇਹਨਾਂ ਦੀਆਂ ਇਕਨੋਮੀਜ਼ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ, ਜਿਸ ਕਰਕੇ ਆਪਸ ਦੇ ਵਿੱਚ ਜਿਹੜੇ ਛੋਟੇ ਰਾਜ ਨੇ ਉਹ ਵੱਡੇ ਰਾਜਾਂ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹਨ ਕਿ ਕਿਤੇ ਵੱਡੇ ਰਾਜ ਉਹਨਾਂ ਦੀ ਇਕਨੋਮੀ ਨੂੰ ਹਥਿਆ ਨਾ ਲੈਣ। ਸਾਰਕ ਦੇ ਸੰਗਠਨਾਤਮਕ ਢਾਂਚੇ ਵਿੱਚ ਵੀ ਕੁਝ ਕਮੀਆਂ ਹਨ, ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਵੀ ਕੁਝ ਕਮੀਆਂ ਹਨ, ਕਿਉਂਕਿ ਮੈਂਬਰ ਰਾਜਾਂ ਨੂੰ ਆਪਸੀ ਭਰੋਸੇ ਦੀ ਕਮੀ ਹੈ, ਇੱਕ ਦੂਸਰੇ ਤੇ ਭਰੋਸੇ ਦੀ ਕਮੀ ਹੈ, ਤੇ ਨਾ ਕੋਈ ਇਹਦੇ ਵਿੱਚ ਇੰਪਰੂਵਮੈਂਟ ਹੁੰਦੀ ਦਿਖਾਈ ਦੇ ਰਹੀ ਹੈ। ਜਿੱਥੇ ਇਹ ਭਰੋਸਾ 1985 'ਚ ਖੜਾ ਸੀ ਜਦੋਂ ਸਾਰਕ ਹੋਂਦ 'ਚ ਆਇਆ ਸੀ, ਉੱਥੇ ਅੱਜ 2021 ਵਿੱਚ ਖੜਾ ਹੈ। ਆਪਸੀ ਭਰੋਸੇ ਦੀ ਕਮੀ ਹੋਣ ਕਾਰਨ ਮੈਂਬਰ ਰਾਜ ਬਹੁਤ ਸੇਫ ਗੇਮ ਖੇਡਦੇ ਹਨ ਕੋਈ ਵੀ ਡਿਸੀਜਨ ਜਦੋਂ ਲੈਂਦੇ ਹਨ ਸਾਰਕ ਦੇ ਅੰਡਰ। ਇਸ ਲਈ ਇਸ ਸੇਫ ਗੇਮ ਨੂੰ ਫੋਲੋ ਕਰਦੇ ਹੋਏ ਇਸ ਦੇ ਚਾਰਟਰ ਦੇ ਵਿੱਚ, ਸਾਰਕ ਦੇ ਚਾਰਟਰ ਦੇ ਆਰਟੀਕਲ 10 ਦੇ ਵਿੱਚ ਇੱਕ ਵਿਵਸਥਾ ਕੀਤੀ ਗਈ ਹੈ ਕਿ ਸਾਰਕ ਮੈਂਬਰਾਂ ਦੇ ਜਿਹੜੇ ਸਾਰੇ ਫੈਸਲੇ ਨੇ ਉਹ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਲਏ ਜਾਣਗੇ। ਭਾਵ ਜੇ ਕੋਈ ਇੱਕ ਮੈਂਬਰ ਵੀ ਚਾਹੇ ਕਿੰਨਾ ਵੀ ਚੰਗਾ ਡਿਸੀਜਨ ਹੋਵੇ ਇਸ ਖਿੱਤੇ ਲਈ, ਜੇ ਕੋਈ ਇੱਕ ਮੈਂਬਰ ਵੀ ਨਾ ਕਰ ਦਿੰਦਾ ਹੈ ਤਾਂ ਉਹ ਸਾਰਕ ਦੇ ਪਲੇਟਫਾਰਮ ਤੋਂ ਉਹ ਫੈਸਲਾ ਨਹੀਂ ਲਿਆ ਜਾ ਸਕਦਾ। ਸਾਰਕ ਦੇ ਜਿਹੜੇ ਮੈਂਬਰ ਰਾਜ ਹਨ ਉਹਨਾਂ ਦੇ ਸੀਮਾਵਾਂ ਸੰਬੰਧੀ ਆਪਸ ਦੇ ਵਿੱਚ ਝਗੜੇ ਹਨ। ਜਿਵੇਂ ਭਾਰਤ ਹੈ, ਭਾਰਤ ਨਾਲ ਕਈ ਰਾਜਾਂ ਦੇ ਝਗੜੇ ਚੱਲਦੇ ਹਨ ਸੀਮਾਵਾਂ ਸੰਬੰਧੀ। ਭਾਰਤ ਦਾ ਪਾਕਿਸਤਾਨ ਨਾਲ ਝਗੜਾ ਹੈ, ਨੇਪਾਲ ਨਾਲ ਹੈ, ਬੰਗਲਾਦੇਸ਼ ਨਾਲ ਹੈ, ਸ਼੍ਰੀਲੰਕਾ ਨਾਲ ਹੈ। ਇਸੇ ਤਰ੍ਹਾਂ ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਝਗੜਾ ਹੈ। ਜਿੱਥੇ ਸੀਮਾਵਾਂ ਦੇ ਝਗੜੇ ਹੋਣ ਉੱਥੇ ਆਪਸੀ ਸਹਿਯੋਗ ਨੂੰ ਅੱਗੇ ਵਧਾਉਣਾ ਉਹ ਮੁਸ਼ਕਲ ਹੁੰਦਾ ਹੈ। 8ਵੀਂ ਸਮੱਸਿਆ ਹੈ ਸਾਰਕ ਦੀ ਅੱਤਵਾਦ ਦਾ ਮੁੱਦਾ। ਦੱਖਣੀ ਏਸ਼ੀਆ ਦਾ ਪੂਰਾ ਖੇਤਰ ਹੈ ਜਿਹੜਾ ਉਹ ਅੱਤਵਾਦ ਤੋਂ ਬੁਰੀ ਤਰ੍ਹਾਂ ਪੀੜਤ ਹੈ। ਇਸ ਲਈ ਹਰ ਰਾਜ ਦੂਸਰੇ ਗੁਆਂਢੀ ਰਾਜਾਂ ਨੂੰ ਸ਼ੱਕੀ ਨਿਗਾਹ ਨਾਲ ਵੇਖਦਾ ਹੈ। ਭਾਰਤ ਤੇ ਪਾਕਿਸਤਾਨ ਜਦੋਂ ਆਪਸੀ ਸਬੰਧਾਂ ਨੂੰ ਕਿਤੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜਿਹੜੀਆਂ ਅੱਤਵਾਦ ਨੂੰ ਸ਼ਹਿ ਦੇਣ ਵਾਲੀਆਂ ਤਾਕਤਾਂ ਨੇ ਜਾਂ ਇਹਨਾਂ ਰਾਜਾਂ ਦੇ ਵਿੱਚ ਵੱਖਵਾਦ ਪੈਦਾ ਕਰਨ ਵਾਲੀਆਂ ਤਾਕਤਾਂ ਨੇ ਉਹ ਕੋਈ ਨਾ ਕੋਈ ਅੱਤਵਾਦੀ ਘਟਨਾਵਾਂ ਕਰਵਾ ਦਿੰਦੀਆਂ ਹਨ ਅਤੇ ਫਿਰ ਦੋਹਾਂ ਰਾਜਾਂ ਦੀ ਲੀਡਰਸ਼ਿਪ ਨੂੰ ਆਪਣੇ ਸਟੈਪ ਪਿੱਛੇ ਮੋੜਨੇ ਪੈਂਦੇ ਹਨ। ਨਵੰਬਰ 2016 ਦੇ ਵਿੱਚ ਇਸਲਾਮਾਬਾਦ ਦੇ ਵਿੱਚ ਜਿਹੜਾ ਸਾਰਕ ਸਮਿਟ ਹੋਣਾ ਸੀ 19ਵਾਂ, ਉਹ ਇਸੇ ਕਰਕੇ ਰੱਦ ਕਰਨਾ ਪਿਆ ਸੀ ਕਿਉਂਕਿ ਭਾਰਤ ਦੇ ਵਿੱਚ ਉਸ ਸਮੇਂ ਬਹੁਤ ਵੱਡਾ ਅੱਤਵਾਦੀ ਹਮਲਾ ਹੋਇਆ ਸੀ ਸੁਰੱਖਿਆ ਬਲਾਂ ਤੇ। ਬਹੁਤ ਸਾਰੇ ਸਾਡੇ ਜਵਾਨ ਸ਼ਹੀਦ ਕਰ ਦਿੱਤੇ ਗਏ ਸੀ ਅਤੇ ਪ੍ਰੋਟੈਸਟ ਵਜੋਂ ਭਾਰਤ ਨੇ ਸਾਰਕ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਭਾਰਤ ਨੂੰ ਫੋਲੋ ਕਰਦੇ ਹੋਏ ਕੁਝ ਹੋਰ ਰਾਜਾਂ ਨੇ ਇਨਕਾਰ ਕਰ ਦਿੱਤਾ ਅਤੇ ਉਹ ਜਿਹੜਾ ਸਿਖਰ ਸੰਮੇਲਨ ਸੀ ਉਹ ਰੱਦ ਕਰਨਾ ਪਿਆ ਸੀ ਤੇ ਅਜੇ ਤੱਕ ਹੋ ਨਹੀਂ ਸਕਿਆ 2016 ਤੋਂ ਲੈ ਕੇ ਅੱਜ 2021 ਤੱਕ। 9ਵੀਂ ਸਮੱਸਿਆ ਹੈ ਇਸ ਖਿੱਤੇ ਦੀ ਰੇਸ਼ੀਅਲ ਟੈਂਸ਼ਨ, ਨਸਲੀ ਤਣਾਅ। ਇਹ ਖੇਤਰ ਨਸਲੀ ਤਣਾਅ ਤੋਂ ਬਹੁਤ ਪੁਰਾਣੇ ਇਤਿਹਾਸ ਤੋਂ ਹੀ, ਇਤਿਹਾਸਕ ਸਮੇਂ ਤੋਂ ਹੀ ਪੀੜਤ ਹੈ ਤੇ ਅੱਜ ਵੀ ਹੈ। ਇੱਥੋਂ ਦੇ ਲੋਕ ਭਾਸ਼ਾ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਲੜਦੇ ਝਗੜਦੇ ਰਹਿੰਦੇ ਹਨ, ਜਿਨ੍ਹਾਂ ਦੇ ਪ੍ਰਭਾਵ ਨੇ ਜਿਹੜੇ ਮੈਂਬਰ ਰਾਜਾਂ ਦੇ ਸਬੰਧਾਂ ਤੇ ਵੀ ਪੈਂਦੇ ਹਨ। ਜਿਵੇਂ ਉਦਾਹਰਨ ਲਈ ਪਾਕਿਸਤਾਨ ਦੇ ਵਿੱਚ ਕਿਸੇ ਹਿੰਦੂ ਤੇ ਜੇ ਹਮਲਾ ਹੁੰਦਾ ਹੈ, ਚਾਹੇ ਉਹ ਪਰਸਨਲ ਰੰਜਿਸ਼ ਕਾਰਨ ਹੋਵੇ, ਚਾਹੇ ਉਹ ਕੌਮਦਲ ਭਾਵਨਾਵਾਂ ਕਰਕੇ ਹੋਵੇ, ਤਾਂ ਉਸ ਨੂੰ ਹਿੰਦੂ ਮੁਸਲਿਮ ਦੇ ਝਗੜੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਭਾਰਤ ਵਰਗੇ ਰਾਜਾਂ ਦੇ ਵਿੱਚ ਉਸ ਦਾ ਰਿਐਕਸ਼ਨ ਹੁੰਦਾ ਹੈ। ਭਾਰਤ ਦੇ ਵਿੱਚ ਕਿਸੇ ਮੁਸਲਿਮ ਤੇ ਕੋਈ ਹਮਲਾ ਹੁੰਦਾ ਹੈ, ਉਸ ਦਾ ਵੀ ਚਾਹੇ ਕੋਈ ਵੀ ਕਾਰਨ ਹੋਵੇ, ਉਸ ਨੂੰ ਮੁਸਲਿਮ ਮੈਜੋਰਿਟੀ ਵਾਲੇ ਖੇਤਰਾਂ ਦੇ ਵਿੱਚ, ਰਾਜਾਂ ਦੇ ਵਿੱਚ ਹਿੰਦੂਆਂ ਦਾ ਮੁਸਲਮਾਨਾਂ ਤੇ ਹਮਲਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਨਸਲੀ ਤਣਾਅ ਹੈ ਇਸ ਖੇਤਰ ਦਾ, ਉਹ ਇਸ ਖੇਤਰ ਦੇ ਰਾਜਾਂ ਨੂੰ, ਇਸ ਖੇਤਰ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਆਉਣ ਤੋਂ ਰੋਕਦਾ ਹੈ। 10ਵਾਂ ਕਾਰਨ ਹੈ ਜਿਹੜੇ ਵਿਕਸਿਤ ਰਾਜ ਨੇ ਉਹ ਦਖਲਅੰਦਾਜ਼ੀ ਕਰ ਰਹੇ ਹਨ ਇਸ ਖੇਤਰ ਦੇ ਵਿੱਚ। ਉਹ ਨਹੀਂ ਚਾਹੁੰਦੇ ਕਿ ਇਹ ਖਿੱਤਾ ਸਵੈ ਨਿਰਭਰ ਹੋਵੇ ਕਿਉਂਕਿ ਇਸ ਨਾਲ ਉਹਨਾਂ ਦੀ ਦਖਲਅੰਦਾਜ਼ੀ ਫਿਰ ਇੱਥੇ ਖਤਮ ਹੋ ਜਾਵੇਗੀ। ਵਿਕਸਿਤ ਰਾਜ ਇੱਥੋਂ ਦੇ ਨੈਚੁਰਲ ਰਿਸੋਰਸਿਸ ਨੂੰ ਆਪੋ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੇ ਹਨ। ਇਸ ਖੇਤਰ ਦੀ ਆਬਾਦੀ ਬਹੁਤ ਜ਼ਿਆਦਾ ਹੈ, ਤਕਰੀਬਨ 1/4 ਹਿੱਸਾ ਪੂਰੇ ਵਿਸ਼ਵ ਦੀ ਆਬਾਦੀ ਦਾ ਇਹ ਖੇਤਰ ਆਪਣੇ ਅੰਦਰ ਸਮੋਈ ਬੈਠਾ ਹੈ। ਇਸ ਕਰਕੇ ਵਿਕਸਿਤ ਰਾਜ ਇਸ ਨੂੰ ਇੱਕ ਆਪਣੀ ਮਾਰਕੀਟ ਦੇ ਤੌਰ ਤੇ, ਮੰਡੀ ਦੇ ਤੌਰ ਤੇ ਵੇਖਦੇ ਹਨ। ਇਸ ਲਈ ਵਿਕਸਿਤ ਰਾਜ ਨਹੀਂ ਚਾਹੁੰਦੇ ਕਿ ਇਹਨਾਂ ਦਾ ਆਪਸੀ ਵਪਾਰ, ਇੰਟਰਾ ਸਾਰਕ ਵਪਾਰ ਵਧੇ। ਉਹ ਕਿਉਂਕਿ ਜਾਣਦੇ ਹਨ ਕਿ ਇੰਟਰਾ ਸਾਰਕ ਵਪਾਰ ਵਧਣ ਦੇ ਨਾਲ ਇਹਨਾਂ ਰਾਜਾਂ ਦਾ ਜਿਹੜਾ ਦੂਸਰੇ ਰਾਜ ਨੇ ਉਹਨਾਂ ਨਾਲ ਵਪਾਰ ਦੇ ਵਿੱਚ ਕਮੀ ਆਉਣੀ ਕੁਦਰਤੀ ਹੈ। ਇਹਨਾਂ ਰਾਜਾਂ ਦੀਆਂ ਜਿਹੜੀਆਂ ਆਰਥਿਕਤਾਵਾਂ ਨੇ, ਇਕਨੋਮੀਜ਼ ਨੇ, ਉਹ ਕੰਪੀਟੀਟਿਵ ਨੇ, ਇੱਕ ਦੂਸਰੇ ਦੀਆਂ ਪੂਰਕ ਨਹੀਂ, ਇੱਕ ਦੂਸਰੇ ਦਾ ਮੁਕਾਬਲਾ ਕਰਦੀਆਂ ਨੇ। ਆਮ ਤੌਰ ਤੇ ਜਿਹੜੀ ਵਸਤੂ ਇੱਕ ਰਾਜ ਦੇ ਵਿੱਚ ਪੈਦਾ ਹੁੰਦੀ ਹੈ ਉਹੀ ਦੂਸਰੇ ਰਾਜ ਵਿੱਚ ਪੈਦਾ ਹੁੰਦੀ ਹੈ ਕਿਉਂਕਿ ਭੂਗੋਲਿਕ ਤੌਰ ਤੇ ਬੜਾ ਕੰਪੈਕਟ ਜਿਹਾ ਇਲਾਕਾ ਹੈ। ਜਿਹੜੀ ਵਸਤੂ ਇੱਕ ਰਾਜ ਨਿਰਯਾਤ ਕਰਦਾ ਹੈ ਉਹੀ ਵਸਤੂ ਦੂਸਰਾ ਰਾਜ ਵੀ ਨਿਰਯਾਤ ਕਰਦਾ ਹੈ। ਇਸ ਲਈ ਰਾਜਾਂ ਦੇ ਵਿੱਚ ਆਪਸ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈ, ਆਪਸ ਦੇ ਵਿੱਚ ਏਕਤਾ ਘੱਟ ਹੈ, ਸਹਿਯੋਗ ਘੱਟ ਹੈ, ਮੁਕਾਬਲਾ ਜ਼ਿਆਦਾ ਹੈ। ਜਿਵੇਂ ਭਾਰਤ ਦੇ ਵਿੱਚੋਂ ਬਾਸਮਤੀ ਐਕਸਪੋਰਟ ਹੁੰਦੀ ਹੈ ਤੇ ਬਾਸਮਤੀ ਪਾਕਿਸਤਾਨ ਵੀ ਐਕਸਪੋਰਟ ਕਰਦਾ ਹੈ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਬਣਿਆ ਰਹਿੰਦਾ ਹੈ। ਭਾਰਤ ਦੇ ਵਿੱਚੋਂ ਚਾਹ ਐਕਸਪੋਰਟ ਹੁੰਦੀ ਹੈ, ਉਸੇ ਤਰ੍ਹਾਂ
ਸ਼੍ਰੀਲੰਕਾ ਵੀ ਚਾਹ ਐਕਸਪੋਰਟ ਕਰਦਾ ਹੈ, ਚਾਹ ਦਾ ਇੱਕ ਵੱਡਾ ਐਕਸਪੋਰਟਰ ਹੈ। ਇਸ ਤਰ੍ਹਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦਾ ਮੁਕਾਬਲਾ ਬਣਿਆ ਰਹਿੰਦਾ ਹੈ। ਇਹਨਾਂ ਦੀਆਂ ਜਿਹੜੀਆਂ ਇਕਨੋਮੀਜ਼ ਨੇ ਉਹ ਇੱਕ ਦੂਸਰੇ ਨੂੰ ਕੱਟ ਕਰਦੀਆਂ ਹਨ, ਇੱਕ ਦੂਸਰੇ ਨਾਲ ਮੁਕਾਬਲਾ ਕਰਦੀਆਂ ਹਨ। ਇਸ ਲਈ ਵੀ ਸਹਿਯੋਗ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਰਹਿੰਦੀਆਂ ਹਨ। ਇਹ ਸਨ ਮੁੱਖ ਚੈਲੰਜ ਸਾਰਕ ਦੇ ਅੱਗੇ, ਮੁੱਖ ਕਮੀਆਂ ਇਸ ਖਿੱਤੇ ਦੀਆਂ, ਜਿਨ੍ਹਾਂ ਕਾਰਨ ਸਾਰਕ ਦੇ ਅਧੀਨ ਸਾਂਝ ਉਨੀ ਸਟਰੋਂਗ ਨਹੀਂ ਹੋ ਸਕੀ ਜਿੰਨੀ ਵਿਸ਼ਵ ਦੇ ਦੂਸਰੇ ਖਿੱਤਿਆਂ ਦੇ ਵਿੱਚ ਖੇਤਰੀ ਸੰਗਠਨਾਂ ਨੇ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।